ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਤੁਹਾਡਾ ਹੋਸਟ ਹਰਪ੍ਰੀਤ ਸਿੰਘ ਸਰੀ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਤੋਂ। ਅੱਜ ਫਰਾਈਡੇ ਦੀ ਸ਼ਾਮ ਹੈ ਤੇ ਫਰਾਈਡੇ ਦੀ ਸ਼ਾਮ ਅਸੀਂ ਜਾਇਆ ਕਰਦੇ ਹਾਂ ਰਜਾਇਣਾ, ਜਿੱਥੇ ਕਿ ਗੁਰਗਿਆਨ ਟੀਵੀ ਦੇ ਸੰਚਾਲਕ ਰਾਮ ਸਿੰਘ ਚਹਿਲਾ ਜੀ ਸਾਡੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਸਾਨੂੰ ਉਪਦੇਸ਼ ਮਿਲਦਾ ਹੈ ਉਸ ਦੀ ਵਿਆਖਿਆ ਕਰਿਆ ਕਰਦੇ ਨੇ। ਇਸ ਪ੍ਰੋਗਰਾਮ ਦਾ ਇਹੀ ਮਕਸਦ ਹੁੰਦਾ ਹੈ ਕਿ ਅਸੀਂ ਸਮਝ ਸਕੀਏ ਗੁਰਬਾਣੀ ਸਾਨੂੰ ਕੀ ਦੱਸ ਰਹੀ ਹੈ ਤੇ ਕਿਸ ਤਰੀਕੇ ਨਾਲ ਅਸੀਂ ਇਸ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਹੈ। ਸ੍ਰੀ ਰਾਗ ਵਿੱਚ ਗੁਰੂ ਸਾਹਿਬ ਕੀ ਕਹਿੰਦੇ ਨੇ, ਇਹ ਪਿਛਲੇ ਹਫ਼ਤੇ ਅਸੀਂ ਗੱਲਬਾਤ ਕਰ ਰਹੇ ਸੀ। ਤਾਂ ਚਲਦੇ ਹਾਂ ਰਜਾਇਣਾ ਤੇ ਭਾਈ ਸਾਹਿਬ ਤੋਂ ਇਸ ਦੇ ਬਾਰੇ ਹੋਰ ਜਾਣਕਾਰੀ ਲੈਣੇ ਕਿ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਕਰਨੇ। ਭਾਈ ਸਾਹਿਬ ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਤੁਹਾਡਾ, ਥੈਂਕ ਯੂ ਸਾਡੇ ਦਰਸ਼ਕਾਂ ਦਾ ਵੀਰ ਜੀ। ਧੰਨਵਾਦ ਤੁਹਾਡਾ ਜੀ ਕਿ ਸਮਾਂ ਕੱਢ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰਿਆ ਕਰਦੇ ਹੋ, ਸਾਨੂੰ ਗੁਰਬਾਣੀ ਦੇ ਲੜ ਲਾਉਂਦੇ ਹੋ ਅਤੇ ਖਾਸ ਤੌਰ 'ਤੇ ਜਿਹੜੇ ਤੁਸੀਂ ਐਗਜ਼ਾਮਪਲਸ ਦਿੰਦੇ ਹੋ ਉਸ ਦੀ ਬਹੁਤ ਹਰ ਪਾਸੋਂ ਹੀ ਮੈਂ ਕਹਿੰਦਾ ਕਿ ਲੋਕ ਜਿਹੜਾ ਉਸ ਨੂੰ ਪਸੰਦ ਕਰ ਰਹੇ ਨੇ, ਕਿਉਂਕਿ ਗੁਰਬਾਣੀ ਜੀਵਨ ਜਾਚ ਹੈ। ਪਰ ਅਸੀਂ ਗੁਰਬਾਣੀ ਨੂੰ ਸਿਰਫ ਮੱਥਾ ਟੇਕਣ ਤੱਕ ਜਿੱਥੇ ਸੀਮਤ ਕਰ ਦਿੱਤਾ ਅਤੇ ਸਾਨੂੰ ਰੋਜ਼ਮਰਾ ਜ਼ਿੰਦਗੀ 'ਤੇ ਅਸੀਂ ਉਹ ਚੀਜ਼ਾਂ ਨੂੰ ਲਾਗੂ ਨਹੀਂ ਕਰ ਸਕਦੇ। ਸੋ ਇਸ ਕਰਕੇ ਦੁਨੀਆ ਭਰ ਤੋਂ ਸਾਨੂੰ ਈਮੇਲਸ ਆ ਰਹੀਆਂ, ਮੈਸੇजेस ਆ ਰਹੇ ਨੇ ਕਿ ਤੁਹਾਡਾ ਧੰਨਵਾਦ ਕਰੀਏ ਕਿ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਐਕਸਪਲੇਨ ਕਰ ਰਹੇ ਹੋ। ਗੁਰੂ ਸਾਹਿਬ ਇਸ ਤਰ੍ਹਾਂ ਹੀ ਬਖਸ਼ਿਸ਼ ਬਣਾਈ ਰੱਖਣ ਅਤੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਹਰ ਹਫ਼ਤੇ ਗੁਰੂ ਦੀ ਸੋਚ ਜੋ ਹੈ ਉਸ ਨੂੰ ਲੋਕਾਂ ਤੱਕ ਪਹੁੰਚਾ ਸਕੀਏ। ਸੋ ਪਿਛਲੇ ਹਫ਼ਤੇ ਅਸੀਂ ਸ੍ਰੀ ਰਾਗ ਦੇ ਵਿੱਚ ਜੋ ਐਗਜ਼ਾਮਪਲਸ ਤੁਸੀਂ ਦੇ ਰਹੇ ਸੀ, ਗੁਰੂ ਸਾਹਿਬ ਜੋ ਦੱਸ ਰਹੇ ਨੇ, ਆਓ ਉੱਥੋਂ ਹੀ ਅੱਗੇ ਕੰਟੀਨਿਊ ਕਰਦੇ ਹਾਂ ਜੀ। ਹਾਂਜੀ ਵੀਰ ਜੀ, ਆਪਾਂ ਵਿਚਾਰ ਰਹੇ ਸੀ ਧਰਮੀ ਬਣਦਾ ਹੈ, ਰੱਬ ਦੇ ਪਿਆਰ ਵਿੱਚ ਤੁਰਦਾ ਹੈ, ਧਰਮੀ ਕਹਿਲਾਉਂਦਾ ਹੈ। ਇਹ ਸਿਲਸਿਲਾ ਬੜੇ ਲੰਬੇ ਸਮੇਂ ਤੋਂ, ਜਦੋਂ ਮਨੁੱਖ ਜੰਗਲਾਂ ਤੋਂ ਬਾਹਰ ਆਇਆ, ਜਦੋਂ ਸਿਵਲਾਈਜੇਸ਼ਨ ਸ਼ੁਰੂ ਹੋਈ, ਤਦ ਤੋਂ ਇਹ ਚੱਲਦਾ ਆ ਰਿਹਾ ਹੈ। ਤੇ ਵੱਖ-ਵੱਖ ਤਰੀਕੇ ਦੁਨੀਆ ਤੇ ਈਜਾਦ ਸਨ, ਦੁਨੀਆ ਤੇ ਪ੍ਰਗਟ ਸਨ। ਪਰ ਗੁਰੂ ਸਾਹਿਬ ਦਾ ਇੱਕ ਨਜ਼ਰੀਆ ਸੀ ਕਿ ਇਹ ਜੋ ਧਰਮੀ ਹੈ ਉਹਦੇ ਚਾਰ ਚਫੇਰੇ ਇੱਕ ਐਸਾ ਮਾਹੌਲ ਸਿਰਜਿਆ ਜਾਂਦਾ ਹੈ ਕਿ ਉਹਦਾ ਡੇਰਾ ਬਣ ਜਾਂਦਾ ਹੈ, ਉਹਦੀ ਸੰਸਥਾ ਬਣ ਜਾਂਦੀ ਹੈ। ਸਮਾਜ ਵਿੱਚ ਕੋਈ ਬਹੁਤਾ ਬਦਲਾਵ ਨਹੀਂ ਆ ਰਿਹਾ, ਸਮਾਜ ਨੂੰ ਕੋਈ ਬਦਲਾਵ ਨਹੀਂ ਮਿਲ ਰਿਹਾ। ਸ਼ਾਇਦ ਇਸੇ ਲਈ ਸਤਿਗੁਰੂ ਜੀ ਜੋਗੀਆਂ ਨੂੰ ਵੀ ਜਾ ਕੇ ਕਹਿੰਦੇ ਸੀ, ਜੋਗੀ ਠੀਕ ਹੈ, ਤੂੰ ਸਮਾਧੀ ਲਾਉਣਾ ਹੈ, ਤੂੰ ਕਠਨ ਤਪੱਸਿਆ ਕਰਦਾ ਹੈ, ਪਰ ਤੇਰਾ ਸਮਾਜ ਨੂੰ ਕੀ ਦੇਣਾ ਹੈ, ਫਾਇਦਾ ਕੀ ਹੈ। ਤੇ ਜਦੋਂ ਗੁਰਮਤ ਦਿੱਤੀ, ਗੁਰਮਤ ਦੇ ਵਿੱਚ ਇੱਕ ਬੜੀ ਪਿਆਰੀ ਗੱਲ ਹੈ ਜਿਹੜੀ ਮੱਥਾ ਟੇਕਣ ਲੱਗਿਆ ਅਰਦਾਸ ਦੇ ਅਖੀਰ ਤੇ ਕਹਿੰਦੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਪਰਉਪਕਾਰੀ ਮਿਸ਼ਨ ਗੁਰੂ ਬਾਬੇ ਦਾ ਮਿਸ਼ਨ ਹੈ। ਸਮਾਜ ਲਈ, ਦੇਸ਼ ਲਈ, ਮਨੁੱਖਤਾ ਲਈ, ਬੱਚਿਆਂ ਲਈ, ਨੌਜਵਾਨਾਂ ਲਈ ਕੁਝ ਪ੍ਰੈਕਟੀਕਲ ਰੂਪ ਵਿੱਚ ਕਰਨਾ ਇੱਕ ਮਿਸ਼ਨ ਹੈ। ਹੁਣ ਇੱਕ ਰੂਟ ਕਾਜ਼ ਹੁੰਦਾ ਸੀ ਜਿਸ ਨੂੰ ਐਗਜ਼ਾਮਪਲ ਦੇ ਸਾਹਮਣੇ ਐਗਜ਼ਾਮਪਲ ਦੇ ਰੂਪ ਵਿੱਚ ਇਹਨਾਂ ਦੋ ਪਦਿਆਂ ਵਿੱਚ ਪੇਸ਼ ਕੀਤਾ ਹੈ। ਉਹ ਰੂਟ ਕਾਜ਼ ਅੱਜ ਵੀ ਉੱਥੇ ਦਾ ਉੱਥੇ ਹੀ ਖੜਾ ਹੈ। ਧਰਮੀ ਬਣਿਆ, ਸਤਿਕਾਰ ਹੋਇਆ, ਚੇਲੇ ਮਿਲ ਗਏ, ਫਿਰ ਉਸਨੇ ਜਿਹੜਾ ਹੈ ਉਹ ਇੱਕ ਅਸਥਾਨ ਬਣਾ ਲਿਆ। ਹੁਣ ਉਸ ਸਥਾਨ ਤੇ ਕਬਜ਼ੇ ਦੀ ਭਾਵਨਾ ਆ ਗਈ, ਮੇਰਾ ਹੀ ਕਬਜ਼ਾ ਰਵੇ, ਕੋਈ ਹੋਰ ਨਾ ਆਵੇ। ਆਹੀ ਰੌਲਾ ਸੀ ਗੁਰੂ ਪਾਤਸ਼ਾਹ ਦੇ ਨਾਲ ਜੋਗੀਆਂ ਦਾ। ਉਹਨਾਂ ਨੂੰ ਨਹੀਂ ਪਤਾ ਸੀ, ਜਿਸ ਨੂੰ ਤੁਸੀਂ ਗੋਰਖ ਮੱਤਾ ਸਮਝਦੇ ਹੋ ਤੇ ਗੋਰਖ ਮੱਤਾ ਹੀ ਬਣਾ ਕੇ ਰੱਖਦੇ ਹੋ, ਕਦੀ ਨਾਨਕ ਮੱਤਾ ਕਹਿਲਾਏਗਾ। ਤਾਂ ਖੈਰ ਉਹ ਜਦੋਂ ਅੰਦਰੋਂ ਭੁੱਲ ਗਿਆ, ਅਸਲੀ ਮਾਰਗ ਤੋਂ ਭੁੱਲ ਗਿਆ ਧਰਮੀ, ਤੇ ਫਿਰ ਉਹਦੇ ਚ ਪਾਖੰਡਵਾਦ ਸ਼ੁਰੂ ਹੋ ਗਿਆ। ਹੁਣ ਦੇਖੋ, ਹੁਣ ਗੁਪਤ ਪ੍ਰਗਟ ਹੋਏ ਬੈਸਾਂ ਇੱਕ ਤਾਂ ਇਹ ਸੀ ਕਿ ਉਹਦਾ ਜਦੋਂ ਰੱਬ ਦੇ ਪਿਆਰ ਵਿੱਚ ਬੈਠਦਾ ਸੀ, ਅੰਦਰ ਬੈਠਦਾ ਸੀ ਤੇ ਲੋਕਾਂ ਨਾਲ ਗੱਲਾਂ ਕਰਦਾ ਸੀ, ਤਾਂ ਇੱਥੋਂ ਤੱਕ ਸਾਦਾ ਜੀਵਨ ਲਵੇ। ਇੱਥੇ ਮੈਂ ਨਾਲ ਇੱਕ ਬੇਨਤੀ ਕਰ ਦੇਵਾਂ, ਸਿੱਖ ਜਗਤ ਅੰਦਰ ਵੀ ਬਹੁਤ ਸਾਰੀਆਂ ਪਿਆਰੀਆਂ ਐਸੀਆਂ ਰੂਹਾਂ ਹੋਈਆਂ ਨੇ ਜਿਹੜੇ ਬਹੁਤ ਵਧੀਆ ਜੀਵਨ ਧਰਮੀ ਪਰਉਪਕਾਰੀ ਜਿਉਂਦੇ ਸਨ। ਭਾਵੇਂ ਉਹ ਕਿਸੇ ਅਸਥਾਨ ਦੇ ਉੱਪਰ ਬੈਠ ਕੇ ਲੋਕਾਂ ਦੇ ਲਈ ਪ੍ਰਚਾਰ ਵੀ ਕਰਦੇ ਸਨ, ਪਰ ਉਹ ਆਪਣੇ ਵਿਖਾਵੇ ਤੋਂ, ਆਪਣੇ ਚੇਲੇ ਚਪਟੇ ਰੱਖਣ ਤੋਂ ਇਲਾਵਾ, ਜਾਣੀ ਏਦਾਂ ਕਹਿ ਲਓ ਕਿ ਡਾਊਨ ਟੂ ਅਰਥ ਰਹੇ ਨੇ। ਉਹ ਅੰਦਰੋਂ ਅਵਸਥਾਵਾਂ ਉੱਚੀਆਂ ਦੇ ਬਾਵਜੂਦ ਵੀ ਡਾਊਨ ਟੂ ਅਰਥ ਰਹੇ। ਜਦੋਂ ਲੋਕਾਂ ਨੂੰ ਭਰਮਾਉਣ ਲੱਗ ਪਿਆ ਨਾ, ਮਤ ਦੇਖ ਭੁੱਲਾਂ ਬਿਸਰਾ, ਜਦੋਂ ਅੰਦਰੋਂ ਰੱਬ ਭੁੱਲ ਗਿਆ ਨਾ, ਫਿਰ ਭਰਮਾਉਣ ਲੱਗ ਪਿਆ। ਫਿਰ ਏਦਾਂ ਵੀ ਹੈ ਕਿ ਝੂਠੀਆਂ ਕਹਾਣੀਆਂ, ਗੱਪ ਕਹਾਣੀਆਂ ਵੀ ਬਣਾ ਦਿੱਤੀਆਂ ਜਾਂਦੀਆਂ ਨੇ ਜੀ।
ਇਹ ਤਾਂ ਜੀ ਸਾਡੇ ਜਿਹੜੇ ਨੇ ਉਹਦੇ ਚੇਲੇ ਚਪਟਿਆਂ ਨੇ ਕਹਿਣਾ ਵੀ ਸਾਡੇ ਜਿਹੜੇ ਬੰਦੇ ਨੇ, ਸਾਡੇ ਇਹ ਮਹਾਤਮਾ ਨੇ, ਇਹ ਤਾਂ ਜੀ ਰਾਤ ਨੂੰ ਉੱਡ ਜਾਂਦੇ ਨੇ ਜੀ। ਫਿਰ ਜਿਹੜੀਆਂ ਅਨਨੈਚੁਰਲ ਗੱਲਾਂ ਜਿਹੜੀਆਂ ਨੇ, ਅਨਨੈਚੁਰਲ ਕਹਾਣੀਆਂ ਨੇ, ਉਹ ਜਿਹੜੀਆਂ ਅਨਐਕਸਪਲੇਨੇਬਲ ਵੀ ਨੇ, ਐਕਸਪਲੇਨ ਵੀ ਨਹੀਂ ਹੋ ਸਕਦੀਆਂ, ਉਸ ਤਰ੍ਹਾਂ ਦੀਆਂ ਫਿਰ ਬਣਾਈਆਂ ਜਾਂਦੀਆਂ ਨੇ। ਤੇ ਸਤਿਗੁਰੂ ਜੀ ਕਹਿੰਦੇ ਜੇ ਇਹ ਚੱਲ ਵੀ ਜਾਣ ਪਿਆਰਿਆ, ਲੋਕ ਮੰਨ ਵੀ ਲੈਣ, ਲੋਕ ਰਾਖੈ ਭਾਉ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਭਾਉ। ਮੰਨ ਲਓ ਇੱਕ ਵਿਅਕਤੀ, ਉਹਨੇ ਆਪਣਾ ਡੇਰਾ ਬਣਾਇਆ, ਲੋਕਾਂ ਤੇ ਰੱਬ ਕਹਾ ਗਿਆ, ਲੋਕਾਂ ਨੂੰ ਇਦਾਂ ਜਿਤਾ ਗਿਆ ਕਿ ਰੱਬ ਹੀ ਇਹ ਹੈ, ਲੋਕਾਂ ਦੀ ਭੀੜ ਵੀ ਲੱਗ ਗਈ। ਲੋਕਾਂ ਦੀ ਗੱਲ ਛੱਡੋ, ਇੱਥੋਂ ਤੱਕ ਕਿ ਪੋਲੀਟੀਕਲ ਲੋਕ, ਉੱਥੇ ਮੁੱਖ ਮੰਤਰੀ, ਗ੍ਰਹਿ ਮੰਤਰੀ ਤੱਕ ਵੀ ਜਾਣ ਲੱਗ ਪਏ। ਲੋਕਾਂ ਨੇ ਮੰਨ ਵੀ ਲਿਆ। ਫਿਰ ਕੀ ਹੋ ਗਿਆ? ਜਦੋਂ ਉਹ ਅਸਲੀਅਤ ਨਿਕਲੀ ਤਾਂ ਸੁਨਾਰੀਆ ਜੇਲ੍ਹ ਵਿੱਚ ਗਿਆ। ਸਰਸੇ ਕੀ ਨਹੀਂ ਸੀ, ਸਭ ਕੁਝ ਸੀ। ਪਰ ਇਹ ਮੰਨਣਾ ਪਵੇਗਾ ਸਰਸੇ ਵਾਲਾ ਰੱਬ ਨੂੰ ਭੁੱਲ ਗਿਆ ਸੀ। ਵੀਰ ਜੀ, ਹੁਣ ਤਾਂ ਜਿਹੜੀ ਰਿਸਰਚ ਕੀਤੀ ਗਈ ਸਿੱਟ ਵੱਲੋਂ ਜੀ, ਉਹਨਾਂ ਨੇ ਵੀ ਇਹ ਸਿੱਟਾ ਸਾਹਮਣੇ ਲਿਆਂਦਾ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ ਦੇ ਵਿੱਚ ਡਾਇਰੈਕਟ ਉਹਨਾਂ ਦਾ ਆਪਣਾ ਤੇ ਉਹਨਾਂ ਦੇ ਫਾਲੋਅਰਸ ਦਾ ਹੱਥ ਸੀ ਜੀ। ਇਹ ਗੱਲ ਵੱਖਰੀ ਹੈ ਕਿ ਹਲੇ ਅਗਲੀ ਗੱਲ ਚੱਲ ਰਹੀ ਹੈ ਕਿ ਇਹਨੂੰ ਸਪੋਰਟ ਦੇਣ ਵਾਲੇ ਉਹ ਵੱਡੇ ਮਗਰਮੱਛ ਕਿਹੜੇ ਸਨ। ਧਰਮੀ ਬੰਦਾ ਜਦੋਂ ਦੁਨਿਆਵੀ ਸੋਚ ਨੂੰ ਲੈ ਕੇ ਆਪਣੇ ਡੇਰੇ ਨੂੰ ਚਲਾਉਣਾ ਚਾਹੇਗਾ, ਮੈਂ ਲੋਕਾਂ ਤੋਂ ਗੁਪਤ ਰਹਿ ਕੇ ਉਹਨਾਂ ਤੇ ਪ੍ਰਭਾਵ ਪਾਵਾਂ, ਜਦੋਂ ਮੈਂ ਉਹਨਾਂ ਦੇ ਸਾਹਮਣੇ ਪ੍ਰਗਟ ਹੋਵਾਂ, ਗੁਪਤ ਪ੍ਰਗਟ ਹੋਏ ਬੈਸਾਂ ਜਦੋਂ ਪ੍ਰਗਟ ਹੋਵਾਂ ਤੇ ਲੋਕ ਮੇਰੇ ਪੈਰੀਂ ਡਿੱਗਣ, ਇਸ ਭਾਵਨਾ ਦੇ ਅਨੁਸਾਰ ਜਦੋਂ ਉਹ ਚੁਸਤ ਚਲਾਕੀਆਂ ਨਾਲ ਆਪਣਾ ਡੇਰਾ ਚਲਾਉਂਦਾ ਨਾ ਵੀਰ ਜੀ, ਸਭ ਤੋਂ ਪਹਿਲਾਂ ਉੱਥੇ ਕਾਰਪੋਰੇਟ ਪਹੁੰਚਦੇ ਨੇ। ਉਹ ਸੋਚਦੇ ਨੇ ਵੀ ਅਸੀਂ ਪ੍ਰੋਡਕਟ ਵੇਚਾਂਗੇ, ਬਿਲਕੁਲ ਉੱਥੇ ਸਾਡੇ ਜਾਣ ਨਾਲ ਹੀ ਸਾਡਾ ਪ੍ਰੋਡਕਟ ਵਿਕ ਜਾਏਗਾ। ਬਿਲਕੁਲ। ਇਸੇ ਲਈ ਗੁਰਬਾਣੀ ਜੋ ਹੈ ਸਾਨੂੰ ਉਪਦੇਸ਼ ਕਰਦੀ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮਤ ਭੂਲਾ ਵਿਸਰੇ, ਕਿ ਅਸੀਂ ਜਦੋਂ ਵਿਸਰ ਜਾਂਦੇ ਹਾਂ ਪਰਮਾਤਮਾ ਨੂੰ ਤਾਂ ਅਸੀਂ ਫਿਰ ਇਹਨਾਂ ਗਲਤ ਰਾਹਾਂ ਦੇ ਤੁਰ ਪੈਂਦੇ ਹਾਂ ਤੇ ਸਾਨੂੰ ਸਮਝ ਨਹੀਂ ਆਉਂਦੀ ਕਿ ਸਹੀ ਕੀ ਹੈ ਤੇ ਗਲਤ ਕੀ ਹੈ। ਇੱਥੋਂ ਹੀ ਅੱਗੇ ਕੰਟੀਨਿਊ ਕਰਦੇ ਹਾਂ ਜੀ। ਇਸ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਨੇ। ਜੇ ਕਿਸੇ ਬਿਜ਼ਨਸਮੈਨ ਨੂੰ ਕੋਈ ਪਿਆਰ ਕਰਦਾ ਹੈ ਤਾਂ ਕੀ ਵਜ੍ਹਾ ਹੋ ਸਕਦੀ ਹੈ? ਸੁਖੀ ਬਾਟ ਮੋਟਰਸ ਦੇ ਓਨਰ ਸੁਖੀ ਬਾਟ ਨੂੰ ਵੇਖ ਕੇ ਇਹ ਗੱਲ ਸਮਝ ਆ ਜਾਂਦੀ ਹੈ। ਇੰਟੈਲੀਜੈਂਸ ਦਾ ਉਦਾਹਰਨ ਇਹ ਹੈ ਕਿ ਕਾਰ ਸੈਗਮੈਂਟ ਤੋਂ ਵੱਖ ਸੁਖੀ ਬਾਟ ਮੋਟਰਸ ਲੈ ਕੇ ਆਏ ਨੇ ਸਰੀ ਦਾ ਪਹਿਲਾ ਟਰੱਕ ਸੈਂਟਰ, ਜਿੱਥੇ ਤੁਹਾਡੇ ਲੋੜ ਦੇ ਹਿਸਾਬ ਨਾਲ ਤੁਹਾਨੂੰ ਲੋੜੀਂਦੇ ਟਰੱਕਸ ਬਾਰੇ ਗਾਈਡੈਂਸ ਦਿੱਤੀ ਜਾਂਦੀ ਹੈ। ਸਪੇਸ ਮੋਡੀਫਿਕੇਸ਼ਨ ਤੇ ਫਿਊਲ ਐਫੀਸ਼ੀਐਂਸੀ ਸਭ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਸੁਖੀ ਬਾਟ ਟਰੱਕ ਸੈਂਟਰ, ਇਹਨਾਂ ਟਰੱਕਾਂ ਨਾਲ ਹੀ ਹੈ ਟੌਰ। ਕੀ ਤੁਸੀਂ ਸਰੀ, ਡੈਲਟਾ, ਰਿਚਮੰਡ, ਐਬਸਫੋਰਡ ਜਾਂ ਵੈਂਕੂਵਰ ਵਿੱਚ ਨਵਾਂ ਘਰ ਬਣਾਉਣ ਬਾਰੇ ਸੋਚ ਰਹੇ ਹੋ ਜਾਂ ਫਿਰ ਪੁਰਾਣੇ ਘਰ ਨੂੰ ਰੈਨੋਵੇਟ ਕਰਨਾ ਚਾਹੁੰਦੇ ਹੋ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਬਿਲਡਰ, ਇੱਕ ਕ੍ਰੀਏਟਿਵ ਇੰਟੀਰੀਅਰ ਡਿਜ਼ਾਈਨਰ ਦੀ, ਜੋ ਤੁਹਾਨੂੰ ਸਹੀ ਤਰ੍ਹਾਂ ਗਾਈਡ ਕਰ ਸਕਣ ਤੇ ਤੁਹਾਡੇ ਸੁਪਨੇ ਦੇ ਘਰ ਨੂੰ ਉਸਾਰ ਸਕਣ। ਅੱਜ ਹੀ ਕਾਲ ਕਰੋ ਹਰਪ੍ਰੀਤ ਜਾਂ ਸੰਦੀਪ 6048259295 ਉੱਤੇ। ਵੈਨਕਾਸਾ ਟਾਈਲ ਅਤੇ ਸਟੋਨ ਸ਼ੋਰੂਮ ਇੱਕ ਐਸੀ ਥਾਂ ਹੈ ਜਿੱਥੇ ਤੁਹਾਨੂੰ ਹੋਲਸੇਲ ਕੀਮਤਾਂ ਤੇ ਹਰ ਕਿਸਮ ਦੀਆਂ ਟਾਈਲਸ, ਸਟੋਨ, ਮਾਰਬਲ, ਬੈਕਸਪਲੈਸ਼, ਮੋਜ਼ੇਕ ਆਦਿ ਵਾਜਬ ਕੀਮਤਾਂ ਤੇ ਮਿਲ ਸਕਦਾ ਹੈ। ਇਟਾਲੀਅਨ, ਸਪੈਨਿਸ਼, ਚਾਈਨੀਜ਼ ਪੋਰਸਲਨ ਜਾਂ ਸਿਰੈਮਿਕ ਟਾਈਲਸ ਜਾਂ ਮਾਰਬਲ ਸਪੈਸ਼ਲ ਆਰਡਰ ਤੇ ਜਾਂ ਕਲੀਅਰੈਂਸ ਤੇ ਲੈ ਸਕਦੇ ਹੋ। ਮਾਲਕ ਡਾਇਰੈਕਟ ਟਾਈਲਸ ਇੰਪੋਰਟ ਕਰਦੇ ਹਨ, ਜਿਸ ਕਰਕੇ ਵਧੀਆ ਕੁਆਲਿਟੀ ਦਾ ਸਮਾਨ ਤੁਸੀਂ ਆਪਣੇ ਘਰ ਦਾ ਸ਼ਿੰਗਾਰ ਬਣਾ ਸਕਦੇ ਹੋ। ਅੱਜ ਹੀ ਵਿਜ਼ਿਟ ਕਰੋ 1304 84 ਐਵਨਿਊ ਸਰੀ। ਪੰਜਾਬੀ ਹਿੰਦੀ ਵਿੱਚ ਗੱਲ ਕਰਨ ਲਈ ਕਾਲ ਕਰੋ 604 330 7363 604 330 7363। ਸਵਾਗਤ ਕਰਦਾ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਕੁਝ ਸਹਿਯੋਗੀਆਂ ਦੇ ਸਾਥ ਦੇ ਨਾਲ, ਜਿਹਨੇ ਕਾਰਨ ਹਰ ਰੋਜ਼ ਮੰਡੇ ਟੂ ਫਰਾਈਡੇ ਸ਼ਾਮ ਦੇ 7 ਵਜੇ ਤੁਸੀਂ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ ਕਰਦੇ ਹੋ। ਲੇਕਿਨ ਫਰਾਈਡੇ ਦੀ ਸ਼ਾਮ ਅਸੀਂ ਗੱਲਬਾਤ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਸਾਨੂੰ ਕੀ ਉਪਦੇਸ਼ ਮਿਲਦਾ ਹੈ, ਤੇ ਭਾਈ ਰਾਮ ਸਿੰਘ ਜੀ ਰਜਾਇਣਾ ਤੋਂ ਗੁਰਗਿਆਨ ਟੀਵੀ ਦੇ ਸੰਚਾਲਕ ਸਾਡੇ ਨਾਲ ਗੱਲਬਾਤ ਕਰਿਆ ਕਰਦੇ ਨੇ। ਪ੍ਰੋਗਰਾਮ ਤੁਹਾਡੇ ਪਹੁੰਚਾਇਆ ਜਾ ਰਿਹਾ ਹੈ AMC ਇੰਸ਼ੋਰੈਂਸ ਦੇ ਸਹਿਯੋਗ ਨਾਲ। ਹੋਮ, ਆਟੋ, ਟਰੈਵਲ, ਬਿਜ਼ਨਸ, ਲਾਈਫ ਜਾਂ ਰਿਕ੍ਰੀਏਸ਼ਨਲ ਇੰਸ਼ੋਰੈਂਸ ਲੈਣੀ ਹੈ ਤਾਂ ਫਿਰ ਪਹੁੰਚੋ AMC ਇੰਸ਼ੋਰੈਂਸ 604 507 6668 6045076666। ਹਫਤੇ ਦੇ 7 ਦਿਨ ਸਵੇਰੇ 8:30 ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਖੁੱਲ੍ਹੇ ਰਹਿੰਦੇ ਨੇ ਤੇ 9 ਬ੍ਰਾਂਚਸ ਨੇ ਇਹਨਾਂ ਦੀਆਂ ਲੋਅਰ ਮੇਨਲੈਂਡ ਵਿੱਚ ਜੋ ਤੁਹਾਨੂੰ ਸਰਵ ਕਰਦੀਆਂ ਨੇ। 604 507 6668। ਸਾਡੇ ਅਗਲੇ ਸਹਿਯੋਗੀ ਹਨ ਅਹੀਰ ਟਰਾਂਸਪੋਰਟੇਸ਼ਨ ਗਰੁੱਪ ਲਿਮਟਿਡ, 8970 ਰਿਵਰ ਰੋਡ ਡੈਲਟਾ ਇਹਨਾਂ ਦਾ ਐਡਰੈਸ ਹੈ ਤੇ 1993 ਤੋਂ ਇਹ ਸਟੋਰੇਜ ਅਤੇ ਟਰਾਂਸਪੋਰਟੇਸ਼ਨ ਇੰਡਸਟਰੀ ਵਿੱਚ ਸੇਵਾਵਾਂ ਦੇ ਰਹੇ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਭਰ ਵਿੱਚ ਕਿਤੇ ਵੀ ਤੁਸੀਂ ਆਪਣੇ ਪ੍ਰੋਡਕਟਸ ਪਹੁੰਚਾਉਣੇ ਹੋਣ ਤਾਂ ਤੁਸੀਂ ਇਹਨਾਂ ਤੇ ਡਿਪੈਂਡ ਕਰ ਸਕਦੇ ਹੋ।
6049409511 604 940 95 11 ਤੇ ਇਹਨਾਂ ਨੂੰ ਫੋਨ ਕਰ ਸਕਦੇ ਹੋ। ਇਹਨਾਂ ਦੀ ਈਮੇਲ ਹੈ shinda@ahir.com ਤੇ ਵੈਬਸਾਈਟ ਹੈ ahir.com। ਨਵਾਂ ਘਰ ਬਣਾ ਰਹੇ ਹੋ ਜਾਂ ਫਿਰ ਪੁਰਾਣੇ ਘਰ ਨੂੰ ਰੈਨੋਵੇਟ ਕਰਨ ਦੀ ਸੋਚ ਰਹੇ ਹੋ, ਪਤਾ ਨਹੀਂ ਚੱਲ ਰਿਹਾ ਕਿ ਟਾਈਲਸ ਕਿਹਦੇ ਕੋਲੋਂ ਲਵਾਈਆਂ ਜਾਣ, ਤਾਂ ਤੁਹਾਡੀ ਦੌੜ ਖਤਮ ਹੁੰਦੀ ਹੈ ਅਮਨ ਟਾਈਲਸ ਕੋਲ ਪਹੁੰਚ ਕੇ। ਗ੍ਰੇਨਾਈਟ, ਮਾਰਬਲ, ਪੋਰਸਲਨ, ਸਿਰੈਮਿਕ ਟਾਈਲਸ, ਕਿਚਨ, ਬਾਥ, ਸ਼ਲੂਟਰ ਦੇ ਕਸਟਮ ਸ਼ਾਵਰ ਬੇਸ, ਫਾਇਰਪਲੇਸਿਸ, ਡੈਕਸ ਤੇ ਦੀਵਾਰਾਂ ਤੇ ਇਹ ਟਾਈਲਸ ਲਾਉਣ ਦੀ ਮਹਾਰਤ ਰੱਖਦੇ ਹਨ। ਹਰ ਕਿਸਮ ਦੇ ਬਜਟ ਦਾ ਇਹ ਕੰਮ ਕਰਦੇ ਨੇ। ਕਾਲ ਕਰੋ 7783163510 778 316 3510। ਭਾਈ ਰਾਮ ਸਿੰਘ ਜੀ ਕੋਲ ਆਓ, ਚੱਲਦੇ ਹਾਂ ਜੀ ਰਜਾਇਨਾ ਤੇ ਗੱਲਬਾਤ ਦਾ ਸਿਲਸਿਲਾ ਅੱਗੇ ਤੋਰਦੇ ਹਾਂ ਜੀ। ਜੀ ਭਾਈ ਸਾਹਿਬ, ਬ੍ਰੇਕ ਤੋਂ ਪਹਿਲਾਂ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਸੱਚ ਤੋਂ ਅਸੀਂ ਬੜੀ ਛੇਤੀ ਟੁੱਟ ਜਾਂਦੇ ਹੈਗੇ ਕਿਉਂਕਿ ਸਾਨੂੰ ਪਤਾ ਹੀ ਨਹੀਂ ਅਸਲ ਵਿੱਚ ਸੱਚ ਕੀ ਹੈ। ਕੋਈ ਚਮਤਕਾਰੀ ਕੋਈ ਗੱਲ ਕਰੇ ਜਾਂ ਕੋਈ ਹੋਰ ਇਹੋ ਜਿਹੇ ਡੇਰਿਆਂ ਦੇ ਵਿੱਚ, ਜਿਸ ਤਰ੍ਹਾਂ ਤੁਸੀਂ ਕਿਹਾ, ਕਾਰਪੋਰੇਟ ਇੱਕ ਸਟਰਕਚਰ ਕਾਇਮ ਹੋ ਜਾਂਦਾ ਜਿੱਥੇ ਕਿ ਕੋਈ ਮੰਤਰੀ ਸੰਤਰੀ ਜਦੋਂ ਪਹੁੰਚਦੇ ਨੇ ਤਾਂ ਅਸੀਂ ਵੀ ਇਹ ਸਮਝਦੇ ਕਿ ਇੱਥੇ ਬੜਾ ਇਸ ਡੇਰੇ ਦਾ ਅਸਰ ਹੈਗਾ ਤੇ ਅਸੀਂ ਵੀ ਇੱਥੇ ਉਹਨਾਂ ਚੀਜ਼ਾਂ 'ਚ ਹੀ ਫਸ ਜਾਂਦੇ ਹਾਂ। ਪਰ ਗੁਰੂ ਸਾਹਿਬ ਇਸ ਬਾਰੇ ਕੀ ਕਹਿੰਦੇ ਨੇ ਜੀ? ਹਾਂਜੀ ਵੀਰ ਜੀ, ਦੇਖੋ ਇੱਕ ਚੀਜ਼ ਸੋਚਣ ਵਾਲੀ ਹੈ। ਜਿਹੜਾ ਜੋਗੀ ਰੋਟੀ ਵਾਸਤੇ ਜਿਸ ਘਰ ਆਟਾ ਮੰਗਣ ਜਾਂਦਾ ਸੀ ਉਹਨੂੰ ਤੇ ਇੰਨੀਆਂ ਅਸੀਸਾਂ ਦਿੰਦਾ ਸੀ, ਜਦੋਂ ਗੁਰੂ ਨਾਨਕ ਪਾਤਸ਼ਾਹ ਗਏ ਨੇ ਉਹਨਾਂ ਨਾਲ ਕਿਉਂ ਬਹਿਸਦਾ ਸੀ? ਕੁਝ ਨਾ ਕੁਝ ਦੁਨਿਆਵੀ ਸੋਚ ਕੰਮ ਕਰਦੀ ਸੀ, ਕਿਤੇ ਮੇਰੇ ਤੇ ਕਬਜ਼ਾ ਹੀ ਨਾ ਕਰ ਜੇ, ਕਿਤੇ ਲੋਕ ਇਹਦੇ ਨਾਲ ਨਾ ਜੁੜ ਜਾਣ, ਕਿਤੇ ਇਹਨਾਂ ਦਾ ਸਤਿਕਾਰ ਨਾ ਬਣ ਜਾਵੇ। ਆਹ ਚੀਜ਼ ਸੀ, ਇੱਕ ਜੈਲਸ ਭਾਵਨਾ ਸੀ। ਗੁਰੂ ਸਾਹਿਬ ਨੂੰ ਸਮਝ ਨਹੀਂ ਸੀ ਸਕੇ। ਸੇਮ ਚੀਜ਼ ਧਰਮੀ ਦੇ ਡੇਰੇ ਤੇ ਕੀ ਬਣਦੀ ਹੈ, ਨੋਟ ਕਰਿਓ। ਜਿਹੜੀ ਗੱਲ ਆਪਾਂ ਕਰ ਰਹੇ ਸੀ ਕਿ ਜਿਹੜਾ ਸੀਮੈਂਟ ਵੇਚਣ ਵਾਲਾ ਹੈ ਉਹ ਸੋਚਦਾ ਮੈਂ ਇੰਨੀ ਐਡਵਰਟਾਈਜ਼ਮੈਂਟ ਕਰਾਂਗਾ, ਹੋਵੇ ਨਾ ਤੇ ਮੈਂ ਇਦਾਂ ਕਰਾਂ ਜੀ ਕਿ ਮੈਂ 10 ਬੋਰੀਆਂ ਸੀਮੈਂਟ ਦੀਆਂ ਦੇ ਦਿਆਂ, ਉੱਥੇ ਗੱਲ ਚੱਲੂ ਫਲਾਣੇ ਨੇ ਦਿੱਤੀਆਂ ਨੇ ਤੇ ਸਾਰੇ ਉਹਨਾਂ ਦੇ ਫੋਲੋਅਰਸ ਜਿਹੜੇ ਨੇ ਉਹਨਾਂ 'ਚ ਆਪਣੇ ਆਪ ਐਡਵਰਟਾਈਜ਼ਮੈਂਟ ਹੋ ਗਈ। ਸ਼ੁਰੂਆਤ ਇਦਾਂ ਹੁੰਦੀ ਹੈ। ਕਾਰਪੋਰੇਟ ਉੱਥੇ ਸਾਂਝਾ ਪੈਦਾ ਕਰਦੇ ਨੇ, ਥੋੜਾ ਆਪਣਾ ਪ੍ਰੋਡਕਟ ਦਿੰਦੇ ਨੇ, ਫਿਰ ਹੌਲੀ ਹੌਲੀ ਉਹ ਪ੍ਰੋਡਕਟ ਜ਼ਿਆਦਾ ਦਿੰਦੇ ਨੇ। ਜਦੋਂ ਜ਼ਿਆਦਾ ਵਿਕਦਾ, ਦਸਵੰਧ ਜ਼ਿਆਦਾ ਦੇ ਦਿੰਦੇ ਨੇ ਤੇ ਉਹ ਫਿਰ ਡੇਰੇਦਾਰ ਨੂੰ ਵੀ ਚੰਗਾ ਲੱਗਣ ਲੱਗ ਜਾਂਦਾ। ਡੇਰੇਦਾਰ ਉਹਦੀ ਵਡਿਆਈ ਕਰਨ ਲੱਗ ਜਾਂਦਾ, ਇੱਥੋਂ ਤੱਕ ਉਹਨੂੰ ਨਾਲ ਬਿਠਾਉਣ ਲੱਗ ਜਾਂਦਾ। ਫਿਰ ਜਿੱਥੇ ਕਾਰਪੋਰੇਟ ਪਹੁੰਚ ਗਿਆ ਨਾ, ਲੋਕ ਪਹੁੰਚ ਗਏ ਤੇ ਕਾਰਪੋਰੇਟ ਪਹੁੰਚ ਗਿਆ, ਰਾਜਨੀਤਿਕ ਨੂੰ, ਉੱਥੋਂ ਦੇ ਰਾਜਨੀਤਿਕਾਂ ਨੂੰ ਦੋ ਚੀਜ਼ਾਂ ਚਾਹੀਦੀਆਂ ਨੇ, ਵੋਟ ਤੇ ਨੋਟ। ਨੋਟ ਮਿਲਣਾ ਹੈ ਕਾਰਪੋਰੇਟ ਤੋਂ ਤੇ ਵੋਟ ਮਿਲਣੀ ਹੈ ਲੋਕਾਂ ਤੋਂ। ਦੋਨੋਂ ਇੱਕ ਡੇਰੇ ਤੇ ਬੈਠੇ ਨੇ, ਥਾਂ ਥਾਂ ਤੇ ਜਾਣ ਦੀ ਬਜਾਏ ਇੱਥੋਂ ਹੀ ਉਹ ਕਰ ਲਓ। ਉੱਥੇ ਫਿਰ ਰਾਜਨੀਤਿਕ ਪਹੁੰਚਣ ਲੱਗ ਜਾਂਦਾ ਹੈ ਤੇ ਜਦੋਂ ਰਾਜਨੀਤਿਕ ਪਹੁੰਚਣ ਲੱਗ ਜਾਂਦਾ, ਤੁਸੀਂ ਨੋਟ ਕਰਿਓ, ਫਿਰ ਉਹ ਡੇਰੇਦਾਰ ਦੇ ਅੰਦਰ ਜਿਹੜੀ ਦੁਨਿਆਵੀ ਚੀਜ਼ ਸ਼ੁਰੂ ਹੁੰਦੀ ਨਾ, ਮਤ ਦੇਖ ਭੁੱਲਾਂ ਬਿਸਰੈ। ਜਦੋਂ ਰੱਬ ਭੁੱਲਿਆ ਨਾ, ਫਿਰ ਉਹ ਕਾਰਪੋਰੇਟ ਨੂੰ ਖੁਸ਼ ਕਰਨ ਵਾਸਤੇ, ਫਿਰ ਉਹ ਰਾਜਨੀਤਿਕ ਨੂੰ ਖੁਸ਼ ਕਰਨ ਵਾਸਤੇ, ਫਿਰ ਉਹ ਪਦਵੀਆਂ ਵਾਲਿਆਂ ਨੂੰ ਖੁਸ਼ ਕਰਨ ਵਾਸਤੇ, ਫਿਰ ਉਹ ਕੁਝ ਨਾ ਕੁਝ ਚੁਸਤ ਚਲਾਕੀਆਂ ਵਰਤਦਾ ਹੈ। ਫਿਰ ਉਹ ਕੀ ਕਰਦਾ ਹੈ, ਉਹਦੇ ਅੰਦਰ ਇੱਕ ਭੁੱਖ ਬਣ ਜਾਂਦੀ ਹੈ, ਹੋਵੇ ਨਾ ਤੇ ਮੇਰਾ, ਦੇਖੋ ਕਾਰਪੋਰੇਟ ਤੇ ਆਉਣ ਹੀ ਲੱਗ ਗਏ, ਪੈਸਾ ਤੇ ਆਉਣ ਹੀ ਲੱਗ ਪਿਆ, ਹੋਵੇ ਨਾ ਤੇ ਰਾਜਨੀਤਿਕ ਖੇਤਰ ਵਿੱਚ ਵੀ ਮੇਰੀ ਚੱਲਦੀ ਹੋਵੇ। ਦੇਖੋ ਇਹ ਜਿਹੜਾ ਪਹਿਲਾ ਪਦ ਹੈ ਨਾ, ਇਹ ਜੋਗੀ ਦਾ ਇੱਕ ਸਾਰੇ ਪ੍ਰਭਾਵ ਦਾ ਹੈ। ਅਗਲਾ ਪਦਾ ਜਿਹੜਾ ਹੈ ਰਾਜਨੀਤੀ ਦਾ ਬਣਦਾ। ਫਿਰ ਇੱਕ ਪੌੜੀ ਸਮਝ ਲੈਂਦਾ, ਉਸਨੂੰ ਪੌੜੀ ਸਮਝ ਕੇ ਸ਼ੁਰੂ ਚ ਵਿੱਚ ਸੋਚਦਾ ਡੇਰੇਦਾਰ ਕਿ ਮੇਰੇ 4 ਬੰਦੇ ਰਾਜਨੀਤਿਕ ਬਣ ਜਾਣ, MLA ਬਣ ਜਾਣ, MP ਬਣ ਜਾਣ। ਫਿਰ ਉਹਦੀ ਸੋਚ ਇਹ ਵੀ ਹੋ ਸਕਦੀ ਹੈ, ਹੋਵੇ ਨਾ ਤਾਂ ਮੈਂ ਵੀ ਬਣ ਜਾਵਾਂ। ਯੂਪੀ ਦੇ ਵਿੱਚ ਹੋ ਰਿਹਾ, ਅੱਜ ਯੂਪੀ ਦੇ ਵਿੱਚ ਹੋ ਰਿਹਾ। ਉੱਥੇ ਵੀ ਪਹਿਲਾਂ ਧਰਮ ਫਿਰ ਪੌੜੀ। ਯੂਪੀ ਦੀ ਗੱਲ ਛੱਡੋ, ਸਾਡੇ ਆਪਣੇ ਧਰਮ ਵਿੱਚ ਵੀ ਇਦਾਂ ਹੀ ਹੋ ਚੁੱਕਿਆ ਕਿ ਪਹਿਲਾਂ SGPC ਦਾ ਮੈਂਬਰ ਬਣੋ, ਉਥੋਂ ਫਿਰ MLA ਬਣੋ। ਇੱਕ ਪੌੜੀ ਰੂਟ ਕਾਜ਼ ਹੈ, ਔਰ ਸੱਚ ਹੈ ਹੁੰਦੀ ਉਦੋਂ ਹੀ ਹੈ ਜਦੋਂ ਰੱਬ ਭੁੱਲ ਜਾਂਦਾ ਹੈ, ਜਦੋਂ ਰੱਬ ਦੇ ਗੁਣ ਭੁੱਲ ਜਾਂਦੇ। ਤੂੰ ਧਰਮੀ ਬਣ, ਮਤ ਦੇਖ ਭੁੱਲਾਂ ਵਿਸਰੈ ਤੇਰਾ ਚੇਤਨਾ। ਦੇਖੀ ਕਿਤੇ ਰੱਬ ਨਾ ਭੁੱਲ ਜਾਵੇ, ਰੱਬ ਦੀ ਭੈ ਪਾਵਨੀ ਨਾ ਭੁੱਲ ਜਾਵੇ। ਦੇਖੋ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਯਾਦ ਬਣੇਗੀ ਨਾ, ਬੰਦਾ ਪਰਉਪਕਾਰੀ ਰਹੇਗਾ। ਵਾਹਿਗੁਰੂ ਜੀ ਦਾ ਭੈ ਪਾਵਨੀ ਅੰਦਰ ਹੋਏਗੀ ਤੇ ਬੰਦਾ ਸੰਘਰਸ਼ਸ਼ੀਲ ਹੋਏਗਾ, ਉਦਮੀ ਹੋਏਗਾ। ਜੇ ਵਾਹਿਗੁਰੂ ਜੀ ਦੀ ਯਾਦ ਅੰਦਰ ਹੋਏਗੀ, ਗੁਰੂ ਦੀ ਬਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਅਪਲਾਈ ਕਰਨ ਦਾ ਯਤਨਸ਼ੀਲ ਰਹੇਗਾ, ਅਪਲਾਈ ਕਰਨ ਵਾਸਤੇ, ਤਾਂ ਫਿਰ ਕੀ ਹੋਏਗਾ, ਹਰ ਉਤਰਾ ਚੜਾਅ ਦੇ ਵਿੱਚ ਆਪਣਾ ਮਿਸ਼ਨ ਨਹੀਂ ਛੱਡੇਗਾ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ।
ਹੁਣ ਦੇਖੋ, ਉਧਰ ਪਹਿਲਾਂ ਧਰਮੀ ਬਣਿਆ ਜੋ ਵਰਤਾਰਾ ਵਰਤ ਰਿਹਾ, ਜਿਸ ਤੋਂ ਸਿੱਖਣਾ ਹੈ, ਔਰ ਉਸ ਨਾਲ ਇਸ ਐਗਜ਼ਾਮਪਲ ਨੂੰ ਰੈਲੇਵੈਂਟ ਕਰਕੇ ਦੇਖਣਾ ਹੈ, ਰਿਲੇਟ ਕਰਕੇ ਦੇਖਣਾ ਹੈ। ਤਾਂ ਉਹ ਧਰਮੀ ਬਣਨ ਤੋਂ ਬਾਅਦ ਫਿਰ ਉਹ ਰਾਜਨੀਤਿਕ ਖੇਤਰ ਵਿੱਚ ਪਹਿਲਾਂ ਪਰ ਤੋਲਦਾ ਹੈ, ਫਿਰ ਟੰਗ ਅੜਾਉਂਦਾ ਹੈ, ਫਿਰ ਰਾਜਨੀਤਿਕ ਬਣਨ ਦੀ ਕੋਸ਼ਿਸ਼ ਕਰਦਾ ਹੈ। ਅਗਲੀ ਉਸ ਐਗਜ਼ਾਮਪਲ ਨੂੰ ਵੀ ਸਤਿਗੁਰੂ ਜੀ ਪੇਸ਼ ਕਰਦੇ ਨੇ। ਉਸ ਰਾਜਨੀਤਿਕ ਖੇਤਰ ਵਿੱਚ ਉਸ ਵੇਲੇ ਦਾ ਜੋ ਸਿਰਾ ਹੈ, ਜਿਵੇਂ ਅੱਜ ਦੇ ਯੁੱਗ ਵਿੱਚ ਸਿਰਾ ਕੀ ਹੈ? ਪ੍ਰਾਈਮ ਮਿਨਿਸਟਰ ਬਣ ਜਾਣਾ, ਪ੍ਰੈਜ਼ੀਡੈਂਟ ਬਣ ਜਾਣਾ, ਦੇਸ਼ ਦੀ ਰਾਜਨੀਤੀ ਦਾ ਸਿਖਰ ਹੈ। ਉਸ ਵੇਲੇ ਸੀ ਬਾਦਸ਼ਾਹ ਬਣ ਜਾਣਾ, ਸੁਲਤਾਨ ਹੋਵਾਂ ਮੇਲ ਲਸ਼ਕਰ ਤਖਤ ਰਾਖਾਂ ਪਾਓ। ਜੇ ਮੈਂ ਬਾਦਸ਼ਾਹ ਵੀ ਬਣ ਜਾਵਾਂ, ਤਖਤ ਤੇ ਬੈਠ ਜਾਵਾਂ, ਤੇ ਤਖਤ ਤੇ ਬੈਠ ਕੇ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ, ਤੇ ਮੇਰਾ ਹੁਕਮ ਚੱਲੇ, ਲੋਕ ਹੁਕਮ ਮੰਨਣ। ਦੇਖੋ, ਇੱਥੇ ਇਸ ਗੱਲ ਨੂੰ ਆਪਾਂ ਸਮਝੀਏ, ਇਹਨਾਂ ਦੇਸ਼ਾਂ ਦੇ ਵਿੱਚ, ਅਮਰੀਕਾ, ਕੈਨੇਡਾ, UK ਦੇ ਵਿੱਚ, ਅਗਰ ਕੋਈ MLA, MP, ਮਿਨਿਸਟਰ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਬਣਦਾ ਹੈ ਨਾ, ਉਹ ਆਪਣੇ ਗੁਣਾਂ ਦੇ ਦਮ ਤੇ ਹੀ ਬਣ ਸਕਦਾ ਹੈ। ਇੱਥੇ ਉਹ ਚੀਜ਼ਾਂ ਨਹੀਂ ਚੱਲਦੀਆਂ ਕਿ ਪਹਿਲਾਂ ਧਰਮੀ ਬਣ ਜਾਓ ਤੇ ਫਿਰ ਉਸ ਖੇਤਰ ਵਿੱਚੋਂ ਉਧਰ ਜਾਓ। ਉਹ ਲੋਕ ਛੇਤੀ ਗਿਰ ਜਾਂਦੇ। ਹਾਲਾਂਕਿ ਕੁਝ ਕੁ ਉਦਾਹਰਨਾਂ ਬਿਰਲੀਆਂ ਮੈਨੂੰ ਲੱਗਦੀਆਂ ਨੇ। ਪਹਿਲਾਂ ਗੁਰਦੁਆਰੇ ਦਾ ਸੈਕਟਰੀ ਬਣੋ, ਗੁਰਦੁਆਰੇ ਦਾ ਮੰਤਰੀ ਜਿਹੜਾ ਪ੍ਰਧਾਨ ਬਣ ਜਾਓ, ਫਿਰ ਉਹ ਰਾਜਨੀਤਿਕ ਲੋਕਾਂ ਨੂੰ, ਰਾਜਨੀਤਿਕ ਪਾਰਟੀਆਂ ਨੂੰ ਸ਼ੋਅ ਕਰੋ ਕਿ ਆ ਲੋਕ ਮੇਰੇ ਨਾਲ ਨੇ ਜੀ। ਜਿਹੜਾ ਬੰਦਾ ਸੈਕਟਰੀ ਬਣ ਕੇ, ਪ੍ਰਧਾਨ ਬਣ ਕੇ ਆਪਣੀਆਂ ਧੱਕੇਸ਼ਾਹੀਆਂ ਉੱਥੇ ਗੁਰਦੁਆਰੇ ਦੇ ਸਟਾਫ ਦੇ ਉੱਪਰ ਚਲਾ ਜਾਂਦਾ ਹੈ ਤੇ ਜੱਗ ਜ਼ਾਹਰ ਹੋਣ ਜਾਣ ਕਿ ਇਹਨੇ ਗੁਰਦੁਆਰੇ ਦਾ ਪ੍ਰਧਾਨ ਬਣ ਕੇ, ਸੈਕਟਰੀ ਬਣ ਕੇ ਇਹਨੇ ਧੱਕੇਸ਼ਾਹੀ ਕੀਤੀ ਹੈ, ਰਾਈਟ। ਫਿਰ ਆਪਣੀ ਮਰਜ਼ੀ ਨਾਲ ਚਾਹੇ ਕਿ ਮੈਂ ਆਪਣੇ ਫੰਕਸ਼ਨ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਹੋਟਲ 'ਚ ਲਿਜਾਣਾ, ਜੇ ਨਹੀਂ ਲਿਜਾਏਗਾ ਇਹ ਸਟਾਫ ਤੇ ਇਹਦੇ ਤੇ ਧੱਕੇਸ਼ਾਹੀ ਕਰਨੀ ਹੈ, ਅਗਰ ਕੋਈ ਨਹੀਂ ਮੰਨੇਗਾ ਤੈਨੂੰ ਕੱਢ ਕੇ ਬਾਹਰ ਮਾਰੋ, ਰਾਈਟ। ਅਗਰ ਉਹ ਬੰਦਾ ਇਸ ਤਰ੍ਹਾਂ ਦਾ ਪ੍ਰਭਾਵ ਕਰਕੇ ਰਾਜਨੀਤੀ 'ਚ ਕਿਤੇ MLA ਬਣਨਾ ਵੀ ਚਾਹੁੰਦਾ ਨਾ, ਤੇ ਮਾਰ ਖਾਏਗਾ। ਪਤਾ ਕਿਉਂ? ਕਿਉਂਕਿ ਉਹਦੀ ਧੱਕੇਸ਼ਾਹੀ ਦੀ ਬਿਰਤੀ ਇੱਕ ਲੋਭ ਲਾਲਚ ਸ਼ੋਅ ਕਰ ਰਹੀ ਹੈ। ਇਹਦੇ ਅੰਦਰ ਪਦਵੀ ਦਾ ਲੋਭ ਲਾਲਚ ਹੈ। ਜਿਹਦਾ ਪਦਵੀ ਦਾ ਲੋਭ ਲਾਲਚ ਹੈ, ਇਹਨਾਂ ਦੇਸ਼ਾਂ ਵਿੱਚ ਅਗਰ ਉਹ ਮੰਤਰੀ ਬਣ ਵੀ ਜਾਂਦਾ ਹੈ ਨਾ, MLA ਬਣ ਵੀ ਜਾਂਦਾ, ਕਿਤੇ ਨਾ ਕਿਤੇ ਜਾ ਕੇ ਐਸੀ ਮਾਰ ਖਾਏਗਾ, ਉਹਨੂੰ ਫਿਰ ਆਊਟ ਹੋਣਾ ਪਏਗਾ। ਬਿਲਕੁਲ ਜੀ। ਤੇ ਇਸੇ ਕਰਕੇ ਗੁਰੂ ਸਾਹਿਬ ਸਹੀ ਧਰਮੀ ਜਿਹੜਾ ਹੈਗਾ ਕਿਵੇਂ ਬਣਨਾ ਉਸ ਬਾਰੇ ਜ਼ਿਕਰ ਕਰਦੇ ਨੇ, ਤੇ ਇਸ ਬਾਰੇ ਅਸੀਂ ਇਸ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਇੱਥੋਂ ਹੀ ਕੰਟੀਨਿਊ ਕਰਕੇ ਤੁਹਾਡੇ ਤੋਂ ਜਾਣਕਾਰੀ ਲੈਣੇ। ਭਾਰਤ ਪੈਸੇ ਭੇਜਣੇ ਹੋਣ ਜਾਂ ਫਿਰ ਮੰਗਵਾਉਣੇ ਹੋਣ ਤੇ ਯਾਦ ਰੱਖੋ ਪੰਜਾਬ ਫੋਰੈਕਸ ਨੂੰ ਤਸੱਲੀ ਬਖਸ਼ ਸੇਵਾਵਾਂ ਅਤੇ ਵਧੀਆ ਰੇਟ ਦੇਣ ਦੀ ਇਹ ਗਾਰੰਟੀ ਕਰਦੇ ਹਨ। ਅੱਜ ਹੀ ਕਾਲ ਕਰੋ 6043491313 ਉੱਤੇ। ਲੈਣਾ ਚਾਹੁੰਦੇ ਹੋ ਨਵੇਂ ਤੇ ਵਧੀਆ ਅਪਲਾਈਐਂਸਸ ਜਿਵੇਂ ਕਿ ਸਟੋਵ, ਅਵਨ, ਫ੍ਰਿਜ, ਵਾਸ਼ਰ ਡਰਾਇਰ, ਮਾਈਕ੍ਰੋਵੇਵ, ਫ੍ਰੀਜ਼ਰਸ ਜਾਂ ਡਿਸ਼ਵਾਸ਼ਰ, ਤਾਂ ਫਿਰ ਪਹੁੰਚੋ ਪ੍ਰੀਮੀਅਮ ਅਪਲਾਈਐਂਸਸ ਤੇ। ਇਹਨਾਂ ਦੀਆਂ 3 ਬ੍ਰਾਂਚਸ ਸਰੀ, ਐਬਟਸਫੋਰਡ ਤੇ ਚਿਲਵੈਕ ਵਿੱਚ ਹਨ। ਇੱਥੇ ਤੁਹਾਨੂੰ ਵਾਜਬ ਕੀਮਤਾਂ ਤੇ ਅਪਲਾਈਐਂਸਸ ਮਿਲਣਗੇ। ਇਹ ਡਿਲੀਵਰੀ ਤੇ ਇੰਸਟਾਲੇਸ਼ਨ ਵੀ ਕਰਦੇ ਹਨ। ਸਪੈਸ਼ਲ ਪੈਕੇजेस ਫॉर ਬਿਲਡਰਸ ਐਂਡ ਹੋਮ ਓਨਰਸ। ਕਾਲ 6045904140 604 590 4140। ਕਾਈਨ ਫੈਮਿਲੀ ਡੈਂਟਲ ਕਲੀਨਿਕ ਡਾਕਟਰ ਸਤਪ੍ਰੀਤ ਸਿੰਘ ਦੀ ਦੇਖਰੇਖ ਹੇਠ ਆਧੁਨਿਕ ਮਸ਼ੀਨਾਂ ਦੀ ਵਰਤੋਂ ਨਾਲ ਤੁਹਾਡੇ ਦੰਦਾਂ ਦੀ ਸਹੀ ਕੇਅਰ ਕਰਦੇ ਹਨ। ਇਹਨਾਂ ਦੀ ਸੇਵਾਵਾਂ ਵਿੱਚ ਦੰਦਾਂ ਨੂੰ ਸਾਫ਼ ਕਰਨਾ, ਕਰਾਊਨਸ, ਬ੍ਰਿਜਸ, ਡੈਂਟਲ ਇੰਪਲਾਂਟਸ, ਰੂਟ ਕਨਾਲ, ਡੈਂਚਰਸ, ਬੌਂਡਿੰਗ ਅਤੇ ਵਨੀਰਸ, ਐਕਸਟ੍ਰੈਕਸ਼ਨਸ, ਬੋਨ ਗ੍ਰੈਫਟਿੰਗ ਆਦਿ ਸ਼ਾਮਲ ਹਨ। ਬੱਚਿਆਂ ਦੀ ਡੈਂਟਿਸਟਰੀ ਦੇ ਵੀ ਮਾਹਰ ਹਨ। ਇਹ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟਲੀ ਬਿੱਲ ਭੇਜਦੇ ਹਨ ਤੇ ਤੁਹਾਨੂੰ ਘੱਟ ਤੋਂ ਘੱਟ ਚਾਰਜ ਕਰਨ ਦਾ ਵਾਅਦਾ ਕਰਦੇ ਹਨ। ਫॉर ਸਪੈਸ਼ਲ ਸ਼ਾਈਨ ਐਂਡ ਸਮਾਈਲ 604 503 0320 ਤੇ ਕਾਲ ਕਰੋ। ਕਿੰਗ ਜਾਰਜ ਸੁਪਰ ਸਟੋਰ ਦੇ ਕੋਲ, ਯੂਨਿਟ 370, 7488 ਕਿੰਗ ਜਾਰਜ ਬੁਲੇਵਾਰਡ, ਸਰੀ। ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ ਰੀਕਾ ਮਾਨ ਸਿੰਘ, ਜੋ ਕਿ ਰਜਿਸਟਰਡ ਡਾਇਟੀਸ਼ੀਅਨ ਹਨ। ਉਹਨਾਂ ਦੇ ਸਹਿਯੋਗ ਨਾਲ 18 ਸਾਲ ਤੋਂ ਵੱਧ ਦਾ ਤਜਰਬਾ ਰੱਖਦੇ ਨੇ ਅਤੇ ਇਹਨਾਂ ਨੇ ਕਿਤਾਬ ਵੀ ਲਿਖੀ ਹੈ ਜਿਸ ਦਾ ਨਾਮ ਹੈ ਇੰਪਾਵਰਡ ਮਰਨਿੰਗ ਡਾਈਟ ਇਕੁਏਸ਼ਨ। ਇਹ ਕਹਿੰਦੇ ਨੇ ਜੇਕਰ ਤੁਸੀਂ ਡਾਇਬਟੀਜ਼, ਮੋਟਾਪੇਪਨ, ਹਾਰਟ ਡਿਜ਼ੀਜ਼ਸ, ਫੂਡ ਐਲਰਜੀਜ਼, ਗੈਸਟਰੋਇੰਟੈਸਟਾਈਨਲ ਡਿਸਆਰਡਰਸ, ਮੈਂਟਲ ਹੈਲਥ ਇਸ਼ੂਜ਼ ਜਾਂ ਓਵਰਆਲ ਸਿਹਤ ਤੇ ਵੈਲਨੈਸ ਮੁੱਦਿਆਂ ਨਾਲ ਜੂਝ ਰਹੇ ਹੋ ਤਾਂ ਫਿਰ ਤੁਸੀਂ ਇਹਨਾਂ ਨਾਲ ਸੰਪਰਕ ਕਰੋ। ਇਹ ਤੁਹਾਨੂੰ ਸਹੀ ਗਾਈਡ ਕਰਨਗੇ ਆਪਣੇ ਐਕਸਪੀਰੀਅੰਸ ਦੇ ਨਾਲ ਕਿ ਤੁਸੀਂ ਖਾਣ ਪੀਣ ਦੇ ਵਿੱਚ ਤਬਦੀਲੀ ਲਿਆਓ ਜਿਹਦੇ ਨਾਲ ਕਿ ਤੁਸੀਂ ਬਿਮਾਰੀਆਂ ਨੂੰ ਠੀਕ ਕਰੋ ਤੇ ਨਾਲ ਬਚ ਸਕਦੇ ਹੋ ਤੁਸੀਂ ਬਿਮਾਰੀਆਂ ਤੋਂ। 7782405951 778 290 5951 ਇਹਨਾਂ ਦਾ ਫੋਨ ਨੰਬਰ ਹੈ। ਸਾਡੇ ਅਗਲੇ ਸਹਿਯੋਗੀ ਹਨ ਐਕਮੀ ਗਲਾਸ। ਤੁਸੀਂ ਆਪਣੇ ਘਰ ਨੂੰ ਇੱਕ ਨਵੀਂ ਤੇ ਵੱਖਰੀ ਦਿੱਖ ਦੇਣਾ ਚਾਹੁੰਦੇ ਹੋ ਤਾਂ ਫਿਰ ਐਕਮੀ ਗਲਾਸ ਲਿਮਿਟਡ ਤੁਹਾਡੀ ਮਦਦ ਕਰ ਸਕਦੇ ਹਨ। ਇਹ ਫਰੇਮਲੈਸ ਗਲਾਸ ਰੇਲਿੰਗਸ, ਕਸਟਮ ਵੁੱਡ ਕਲੋਜ਼ਟਸ,
ਸ਼ਾਵਰ ਤੇ ਟਬ ਡੋਰਸ, ਸ਼ਾਵਰ ਸਲਾਈਡਰਸ, ਬੇਵਲਡ ਵੁੱਡ ਜਾਂ ਮੈਟਲ ਟ੍ਰੇ ਮਿਰਰਸ ਤੇ ਕਸਟਮ ਗਲਾਸ ਵਰਕ ਦੀ ਮਹਾਰਤ ਰੱਖਦੇ ਹਨ। ਵਾਜਬ ਕੀਮਤਾਂ, ਕੁਆਲਿਟੀ, ਕ੍ਰਾਫਟਸਮੈਨਸ਼ਿਪ ਤੇ ਹਾਈ ਕੁਆਲਿਟੀ ਲਈ ਇਹ ਜਾਣੇ ਜਾਂਦੇ ਹਨ। ਆਪਣੇ ਨਵੇਂ ਪ੍ਰੋਜੈਕਟ ਜਾਂ ਰੈਨੋਵੇਟ ਕਰਨ ਲਈ, ਘਰ ਲਈ ਜਾਂ ਕਮਰਸ਼ੀਅਲ ਪ੍ਰਾਪਰਟੀ ਲਈ ਕਾਲ ਕਰੋ 6045438777 604 543 8777। ਸਰੀ ਕਲੋਡਲ ਤੇ ਫਰੇਜ਼ਰ ਵੈਲੀ ਦੇ ਟਾਪ ਰੀਅਲਟਰ ਹਨ ਜੈਸ ਓਬਰਾਏ, ਜੋ ਰੀਮੈਕਸ ਬਲੂਪ੍ਰਿੰਟ ਰਿਐਲਿਟੀ ਨਾਲ ਕੰਮ ਕਰਦੇ ਹਨ। ਇਹ ਕਮਿਊਨਿਟੀ ਵਿੱਚ ਜਾਣੇ ਜਾਂਦੇ ਹਨ ਆਪਣੀ ਇੰਟੈਗ੍ਰਿਟੀ, ਕਮਿਟਮੈਂਟ ਤੇ ਰਿਜ਼ਲਟਸ ਕਾਰਨ, ਤੇ ਇਹਨਾਂ ਨਾਲ ਘਰ ਜਾਂ ਕਮਰਸ਼ੀਅਲ ਪ੍ਰਾਪਰਟੀ ਲਿਸਟ ਜਾਂ ਵੇਚਣੀ ਬਹੁਤ ਸੌਖਾ ਪ੍ਰੋਸੈਸ ਹੈ। ਇਹਨਾਂ ਵਾਸਤੇ ਹਰ ਇੱਕ ਕਲਾਇੰਟ ਮਹੱਤਤਾ ਰੱਖਦਾ ਹੈ, ਤੇ ਇਸੇ ਲਈ ਇਹ ਕਹਿੰਦੇ ਹਨ ਕਿ ਜੇਕਰ ਤੁਹਾਡੀ ਕਾਲ 24 ਘੰਟਿਆਂ 'ਚ ਵਾਪਸ ਕਾਲ ਨਹੀਂ ਕਰਦੇ ਰਿਟਰਨ, ਤਾਂ ਫਿਰ ਤੁਹਾਨੂੰ $500 ਨਕਦ ਦੇਣਗੇ। ਆਪਣੀ ਪ੍ਰਾਪਰਟੀ ਦੀ ਮੁਫਤ ਮਾਰਕੀਟ ਵੈਲਿਊਏਸ਼ਨ ਤੇ ਸਲਾਹ ਲਈ ਕਾਲ ਕਰੋ 778 994 7450 778 994 jazz@joe@jazzobrae.ca ਇਹਨਾਂ ਦੀ ਵੈਬਸਾਈਟ ਹੈ, ਤੇ jazzobrae.ca ਇਹਨਾਂ ਤੋਂ ਤੁਸੀਂ ਹੋਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਦੀ ਵੈਬਸਾਈਟ ਤੇ ਵੀ ਜਾ ਸਕਦੇ ਹੋ। ਭਾਈ ਰਾਮ ਸਿੰਘ ਜੀ ਨਾਲ ਗੱਲਬਾਤ ਚੱਲ ਰਹੀ ਜੀ, ਆਓ ਚਲੀਏ ਮੁੜ ਤੋਂ ਰਜਾਈਨਾ ਤੇ ਗੱਲਬਾਤ ਵਿੱਚ ਹੋਰ ਜਾਣਕਾਰੀ ਲੈਂਦੇ ਹਾਂ। ਹਾਂਜੀ ਭਾਈ ਸਾਹਿਬ, ਬ੍ਰੇਕ ਤੋਂ ਪਹਿਲਾਂ ਜੋ ਤੁਸੀਂ ਧਰਮੀ ਦਾ ਜ਼ਿਕਰ ਕਰ ਰਹੇ ਸੀ, ਅਸਲ ਧਰਮੀ ਕੌਣ ਹੈ? ਗੁਰੂ ਸਾਹਿਬ ਇਹੀ ਦੱਸ ਰਹੇ ਨੇ, ਇੱਥੋਂ ਹੀ ਕੰਟੀਨਿਊ ਕਰਦੇ ਹਾਂ ਜੀ। ਹਾਂਜੀ ਵੀਰ ਜੀ, ਇੱਕ ਚੀਜ਼ ਬੜੀ ਕਮਾਲ ਦੀ ਹੈ ਇਸ ਵਿੱਚ। ਮੇਨ ਕਨਸੈਪਟ ਕੀ ਦਿੱਤਾ ਕਿ ਵਾਹਿਗੁਰੂ ਜੀ ਨਾ ਭੁੱਲਣਾ ਜੀ। ਜਦੋਂ ਆ ਸ਼ਬਦ ਹੈ ਨਾ ਵਾਹਿਗੁਰੂ ਜੀ ਨਾ ਭੁੱਲਣਾ, ਇਹਦੇ ਵਿੱਚ ਚੀਜ਼ਾਂ ਆਪਣੇ ਆਪ ਆ ਜਾਂਦੀਆਂ ਨੇ। ਵਾਹਿਗੁਰੂ ਜੀ ਦੇ ਬਣਾਏ ਹੋਏ ਨਿਜ਼ਮ ਨੂੰ, ਹੁਕਮ ਨੂੰ ਪਿਆਰਿਆ ਦੇਖੀ ਇਗਨੋਰ ਨਾ ਕਰਦੀ। ਨੰਬਰ 2, ਵਾਹਿਗੁਰੂ ਜੀ ਦੇ ਗੁਣਾਂ ਤੋਂ ਜੀਵਨ ਪਾਸੇ ਨਾ ਜਾਵੇ। ਵਾਹਿਗੁਰੂ ਜੀ ਦੀ ਭੈ ਭਾਵਨੀ ਤੋਂ ਪਾਸੇ ਨਾ ਜਾਵੇ, ਜਿਹਨੂੰ ਆਪਾਂ ਕਹਿੰਦੇ ਗੁਰਮਤਿ ਸਿਧਾਂਤਾਂ ਦੇ ਦਾਇਰੇ ਵਿੱਚ ਜੀਵਨ ਰਹੇ। ਮਤ ਦੇਖ ਭੁੱਲਾਂ ਬਿਸਰੈ, ਕਿਤੇ ਰੱਬ ਦਾ ਡਰ ਨਾ ਭੁਲਾ ਦੇਵੀਂ, ਰੱਬ ਦਾ ਪਿਆਰ ਨਾ ਭੁਲਾ ਦੇਵੀਂ, ਰੱਬ ਦੀ ਯਾਦ ਨਾ ਭੁਲਾ ਦੇਵੀਂ। ਇਹ ਕਨਸੈਪਟ ਨੂੰ ਲੈ ਕੇ ਵੱਖ-ਵੱਖ ਐਗਜ਼ਾਮਪਲਸ ਦਿੱਤੀਆਂ। ਹੁਣ ਇਹਨੂੰ ਸਮ ਅਪ ਕਿਵੇਂ ਕਰਦੇ ਨੇ? ਨਾਨਕਾ ਸਭ ਭਾਵ, ਅਮੀਰੀ ਜ਼ਿੰਦਗੀ ਦਾ ਇੱਕ ਹਿੱਸਾ ਹੈ। ਦੇਖੋ, ਗਰੀਬੀ ਤੋਂ ਅਮੀਰੀ ਵੱਲ ਨੂੰ ਵਧਣਾ ਜ਼ਿੰਦਗੀ ਦਾ ਇੱਕ ਹਿੱਸਾ ਹੈ ਜੀ, ਪਰ ਅਮੀਰੀ ਦਾ ਰਸ ਲਾਲਚ ਬਣ ਗਿਆ ਤਾਂ ਇਹ ਵਾਓ ਵਿਅਰਥ ਹੈ। ਉਂਝ ਅਰਥ ਬਣਦੇ ਨੇ ਵਿਅਰਥ। ਵਿਅਰਥ ਕਹਿਣ ਵਾਸਤੇ ਐਗਜ਼ਾਮਪਲ ਲਈ ਹਵਾ ਦੀ। ਹਵਾ ਜਿਹੜੀ ਹੈ ਉਹ ਚੱਲਦੀ ਹੈ, ਲੰਘ ਜਾਂਦੀ ਹੈ। ਇਹ ਜ਼ਿੰਦਗੀ ਵਿੱਚ ਇਹ ਪ੍ਰਾਪਤੀਆਂ ਆਉਂਦੀਆਂ ਨੇ, ਚਲੀਆਂ ਜਾਂਦੀਆਂ ਨੇ, ਕਿਸੇ ਵੇਲੇ ਵੀ ਢਹਿ ਢੇਰੀ ਹੋ ਸਕਦੀਆਂ। ਦੂਸਰੀ ਗੱਲ, ਹਵਾ ਹਨੇਰੀ ਬਣ ਕੇ ਚੱਲਦੀ ਹੈ, ਨੁਕਸਾਨ ਦਿੰਦੀ ਹੈ। ਇਹ ਜਿਹੜਾ ਲਾਲਚ ਹੈ ਨਾ, ਇਹ ਰਸ ਹੈ, ਇਹ ਕਿਸੇ ਵੇਲੇ ਵੀ ਹਨੇਰੀ ਬਣ ਸਕਦਾ ਹੈ। ਚਾਹੇ ਅਮੀਰੀ ਦਾ ਰਸ ਹੈ, ਚਾਹੇ ਧਰਮੀ ਬਣ ਕੇ ਦੂਸਰਿਆਂ ਤੇ ਪ੍ਰਭਾਵ ਪਾ ਕੇ ਔਰ ਦੂਸਰਿਆਂ ਦੇ ਜਿਹੜਾ ਹੈ ਉਹ ਆਪਣੇ ਉਸ ਨੂੰ ਸਭ ਕੁਝ ਨੂੰ ਮੇਨਟੇਨ ਕਰਨਾ, ਫਿਰ ਧਰਮੀ ਬਣ ਕੇ ਰਾਜਨੀਤੀ 'ਚ ਪੈਰ ਜਮਾਉਣੇ, ਇਹ ਸਭ ਪਿਆਰਿਆ ਇਹ ਵਿਅਰਥ ਖੇਡਾਂ ਨੇ ਜੀ। ਜਿਹੜੀ ਗੱਲ ਮੈਂ ਕਹਿ ਰਿਹਾ ਸੀ, ਇਹਨਾਂ ਦੇਸ਼ਾਂ ਵਿੱਚ, ਇਹਨਾਂ ਦੇਸ਼ਾਂ ਦੀ ਖਾਸੀਅਤ ਹੀ ਤਾਂ ਹੈ, ਦੇਸ਼ ਤਦ ਹੀ ਮਹਾਨ ਬਣੇ ਰਹਿਣਗੇ ਜਦੋਂ ਇਹ ਚੀਜ਼ ਹੈ ਕਿ ਜਦੋਂ ਕਿਸੇ ਬੰਦੇ ਦਾ ਪਰਉਪਕਾਰ ਸੱਚਮੁੱਚ ਹੀ ਉਸ ਨੂੰ ਪਦਵੀ ਤੱਕ ਪਹੁੰਚਾਉਂਦਾ ਹੈ, ਤੇ ਪਦਵੀ ਤੇ ਪਹੁੰਚ ਕੇ ਵੀ ਉਹ ਡਾਊਨ ਟੂ ਅਰਥ ਰਹਿ ਕੇ ਆਪਣਾ ਪਰਉਪਕਾਰ ਨਹੀਂ ਛੱਡਦਾ, ਤਾਂ ਉਹ ਵਧੀਆ ਰਾਜਨੀਤਿਕ ਕਹਾਉਂਦਾ ਹੈ ਤੇ ਉਹ ਹਿਸਟਰੀ ਦੇ ਪੰਨਿਆਂ ਤੇ ਆਉਂਦਾ ਹੈ। ਇੱਥੋਂ ਦਾ ਐਡਮਿਨਿਸਟ੍ਰੇਸ਼ਨ, ਇੱਥੋਂ ਦਾ ਸਿਸਟਮ, ਇੱਥੋਂ ਦਾ ਪਾਰਲੀਮੈਂਟ ਦੇ ਵਿੱਚ ਵਿਰੋਧੀ ਧਿਰ ਨੂੰ ਜਿਹੜਾ ਹੈ ਉਹ ਗੱਲ ਕਹਿਣ ਦਾ ਹੱਕ, ਤੇ ਵਿਰੋਧੀ ਧਿਰ ਦਾ ਦੇਸ਼ ਦੇ ਹਿੱਤਾਂ ਵਿੱਚ ਗੱਲ ਕਹਿਣਾ ਔਰ ਦੇਸ਼ ਦੇ ਹਿੱਤਾਂ ਵਿੱਚ ਉਸ ਤੇ ਪ੍ਰੈਸ਼ਰ ਪਾਉਣਾ, ਉਹ ਸਾਰਾ ਕੁਝ ਜਿਹੜਾ ਹੈ ਇੱਕ ਸਿਸਟਮ ਦੇ ਅਧੀਨ ਹੈ। ਉਸ ਸਿਸਟਮ ਦੇ ਵਿੱਚ ਇਸ ਤਰ੍ਹਾਂ ਦੇ ਲੋਭ, ਲਾਲਚ, ਰਸ ਵਾਲਾ ਨਹੀਂ ਚੱਲੇਗਾ ਤਾਂ ਡਿੱਗ ਪਵੇਗਾ। ਇਹ ਇਹਨਾਂ ਦੇਸ਼ਾਂ ਦੇ ਸਿਸਟਮ ਨੇ ਸਾਨੂੰ ਦਿਖਾ ਦਿੱਤਾ ਹੈ। ਬਿਲਕੁਲ। ਤੇ ਗੁਰੂ ਸਾਹਿਬ ਐਸਾ ਬਣਾਉਣਾ ਚਾਹੁੰਦੇ ਨੇ ਅੰਦਰੋਂ। ਪਿਆਰਿਆ, ਚਾਹੇ ਅਮੀਰੀ ਦਾ ਰਸ ਹੋਵੇ, ਚਾਹੇ ਧਰਮੀ ਬਣ ਕੇ ਪ੍ਰਭਾਵ ਪਾਉਣ ਦਾ ਰਸ ਹੋਵੇ, ਡੇਰਾਬਾਦ ਬਾਬਾਬਾਦ ਜਿਹਨੂੰ ਅਸੀਂ ਕਹਿੰਦੇ ਹਾਂ, ਤੇ ਚਾਹੇ ਉਹ ਰਾਜਨੀਤਿਕ ਪ੍ਰਭਾਵ ਦੇ ਰਸ ਦਾ ਲਾਲਚ ਹੋਵੇ, ਇਹ ਸਭ ਐਵੇਂ ਵਿਅਰਥ ਹੈ ਜ਼ਿੰਦਗੀ 'ਚ। ਫਿਰ ਅਰਥ ਕੀ ਹੈ, ਅਸਲੀ ਕੀ ਹੈ? ਮਤ ਦੇਖ ਭੁੱਲਾਂ ਬਿਸਰੈ। ਅੱਜ ਸਾਨੂੰ ਆਪਣੇ ਬੱਚਿਆਂ ਦੇ ਅੰਦਰ ਯਹੂਦੀਆਂ ਵਾਂਗੂ ਬਚਪਨ ਤੋਂ ਇੱਕ ਚੀਜ਼ ਭਰਨੀ ਪਵੇਗੀ। ਹਰ ਗੁਰਸਿੱਖ ਦਾ ਪੁੱਤਰ, ਹਰ ਗੁਰਸਿੱਖ ਦੀ ਧੀ ਹਾਈ ਲੈਵਲ ਦੀ ਐਜੂਕੇਸ਼ਨ ਪ੍ਰਾਪਤ ਕਰੇ। ਐਜੂਕੇਸ਼ਨ ਪ੍ਰਾਪਤ ਕਰਨ ਵਾਸਤੇ ਉਹ 18-20 ਸਾਲ ਨਾਲ ਉਸ ਨੂੰ ਗੁਰਮਤ ਦੀ ਐਜੂਕੇਸ਼ਨ ਵਿੱਚ
ਗੁਰਬਾਣੀ ਦੇ ਗਿਆਨ ਦੇ ਐਜੂਕੇਸ਼ਨ ਵਿੱਚ ਸਿੰਜਿਆ ਜਾਵੇ ਬਿਲਕੁਲ। ਬੱਚੇ ਨੂੰ। ਉਹਦੇ ਲਈ ਮਾਂ ਸਿੱਖੀ ਜਜ਼ਬਾ ਪੈਦਾ ਕਰਨ ਦਾ ਰੋਲ ਨਿਭਾਵੇ, ਬਾਪ ਵੀ ਸਿੱਖੀ ਜਜ਼ਬਾ ਪੈਦਾ ਕਰਨ ਦਾ ਰੋਲ ਨਿਭਾਉਣ ਵਾਸਤੇ ਆਪਣਾ ਸਕੇਜੂਲ ਬਣਾਵੇ। ਧਾਰਮਿਕ ਸੰਸਥਾਵਾਂ, ਗੁਰਦੁਆਰੇ, ਪ੍ਰਬੰਧਕ ਕਮੇਟੀਆਂ, ਹੋਰ ਜਿਤਨੇ ਧਾਰਮਿਕ ਸੰਸਥਾਵਾਂ ਨੇ, ਉਹ ਵੀ ਬੱਚਿਆਂ ਨੂੰ, ਨੌਜਵਾਨਾਂ ਨੂੰ ਗੁਰਬਾਣੀ ਗਿਆਨ ਸਿੰਜਣ ਵਿੱਚ ਉਹਨਾਂ ਦੇ ਅੰਦਰ ਗੁਰਮਤ ਦੇ, ਇਨਸਾਨੀਅਤ ਦੇ ਬੀਜ ਬੀਜਣ ਦੇ ਰੋਲ ਨਿਭਾਉਣ। ਫਿਰ ਕੋਸ਼ਿਸ਼ ਹੋਵੇ ਸੰਸਥਾਵਾਂ ਦੇ ਕੋਲ ਐਜੂਕੇਸ਼ਨ ਸਟਰਕਚਰ ਐਸਾ ਹੋਵੇ ਜਿੱਥੇ ਹਾਈ ਲੈਵਲ ਦੀ ਐਜੂਕੇਸ਼ਨ ਤੇ ਨਾਲ ਗੁਰਮਤ ਦੀ ਐਜੂਕੇਸ਼ਨ ਵੀ ਵੰਡੀ ਜਾ ਸਕੇ। ਬਿਲਕੁਲ। ਘਰ ਘਰ ਤੱਕ ਗੁਰਬਾਣੀ ਦਾ ਗਿਆਨ ਵੰਡਿਆ ਜਾ ਸਕੇ ਤਾਂ ਕਿ ਸਾਡੇ ਬੱਚੇ ਹਾਈ ਲੈਵਲ ਦੀ ਐਜੂਕੇਸ਼ਨ ਪ੍ਰਾਪਤ ਕਰਕੇ ਹਾਈਐਸਟ ਰੈਂਕਾਂ ਤੇ ਪਹੁੰਚਣ, ਕੌਮ ਦੀ ਗੱਲ ਦੁਨੀਆ ਤੇ ਸਾਹਮਣੇ ਰੱਖਣ ਦੇ ਯੋਗ ਹੋਣ। ਜਿਵੇਂ ਯਹੂਦੀਆਂ ਨੇ ਜ਼ੀਰੋ ਤੋਂ ਚੁੱਕ ਕੇ ਪਹੁੰਚਾਇਆ ਸੀ, ਅੱਜ ਵੀ ਸਾਡੇ ਲਈ ਜ਼ੀਰੋ ਗਰਾਊਂਡ ਹੈ। ਇਸ ਪਾਸੇ ਤੁਰੀਏ। ਉਹਦੇ ਲਈ ਗੁਰਬਾਣੀ ਜਿਤਨੀ ਸਮਝ ਆ ਜਾਵੇ, ਉਹਨੂੰ ਵੰਡਿਆ ਜਾਵੇ, ਸਭ ਤੋਂ ਸਾਰਥਕ ਹੈ। ਤੁਹਾਡਾ ਧੰਨਵਾਦ, ਦਰਸ਼ਕਾਂ ਦਾ ਧੰਨਵਾਦ। ਬਿਲਕੁਲ ਸਹੀ ਫਰਮਾਇਆ ਤੁਸੀਂ ਜੋ ਗੱਲਬਾਤ ਕੀਤੀ ਹੈਗੀ ਹੈ, ਕਿਉਂਕਿ ਅੱਜ ਜ਼ਰੂਰੀ ਹੈਗਾ ਕਿ ਅਸੀਂ ਉਚਾਈਆਂ ਪ੍ਰਾਪਤ ਕਰਨੀਆਂ ਨੇ, ਲੇਕਿਨ ਉਸ ਦੇ ਨਾਲ ਸਾਡੀ ਜੜ੍ਹਾਂ ਜਿਹੜੀਆਂ ਨੇ ਜਦੋਂ ਗੁਰਬਾਣੀ ਨਾਲ ਜੁੜੀਆਂ ਰਹਿਣਗੀਆਂ ਤਾਂ ਅਸੀਂ ਦੁਨੀਆ ਭਰ ਦੇ ਵਿੱਚ ਜਾ ਕੇ ਨਾ ਸਿਰਫ ਇੱਕ ਇਮਾਨਦਾਰ, ਓਨੈਸਟ ਅਤੇ ਕਿਰਦਾਰ ਵਾਲੇ ਕੋਈ ਵੀ ਅਫਸਰ ਬਣਾਂਗੇ, ਲੇਕਿਨ ਉਸ ਦੇ ਨਾਲ ਸਾਡੀ ਇਹ ਝਲਕ ਜਿਹੜੀ ਹੈ ਦੁਨੀਆ ਭਰ ਵਿੱਚ ਫੈਲੇਗੀ ਤੇ ਅਸੀਂ ਇਨਸਾਨੀਅਤ ਦਾ ਜਿਹੜਾ ਮੈਸੇਜ ਹੈ ਗੁਰੂ ਸਾਹਿਬ ਦਾ, ਉਸ ਨੂੰ ਅੱਗੇ ਫੈਲਾ ਸਕੇ। ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਨ ਲਈ। ਇਹ ਸਿਲਸਿਲਾ ਇਸੇ ਤਰੀਕੇ ਨਾਲ ਹਰ ਫਰਾਈਡੇ ਦੀ ਸ਼ਾਮ ਚੱਲਿਆ ਕਰਦਾ ਹੈ। ਤੁਸੀਂ ਵੀ ਇਸ ਵਿੱਚ ਸ਼ਾਮਲ ਹੋਣਾ ਚਾਹੋ ਤਾਂ ਤੁਹਾਡੇ ਕੋਲ ਸਵਾਲ ਹੋਏ ਤਾਂ ਜੀ ਆਇਆਂ ਨੂੰ ਜ਼ਰੂਰ ਸੰਪਰਕ ਕਰ ਸਕਦੇ ਹੋ 604 603 7555 ਜਾਂ ਫਿਰ ਈਮੇਲ ਜ਼ਰੀਏ ਮੇਰੇ ਨਾਲ ਸੰਪਰਕ ਕਰੋ harpreetsingh@gmail.com। ਜੇਕਰ ਤੁਹਾਨੂੰ ਇਹ ਪ੍ਰੋਗਰਾਮਸ ਪਸੰਦ ਆ ਰਹੇ ਨੇ ਤਾਂ ਇਸ ਨੂੰ ਅੱਗੇ ਫੈਲਾਉਣ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਅਸੀਂ ਇਹ ਸੰਦੇਸ਼ ਗੁਰਬਾਣੀ ਦਾ ਪਹੁੰਚਾਈਏ। ਇਸ ਵਾਸਤੇ ਗੁਰਗਿਆਨ ਟੀਵੀ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ youtube.com/the Harpreet Singh Show ਅਤੇ Facebook ਦੇ ਉੱਤੇ the Harpreet Singh Show ਦੇ ਉੱਤੇ ਤੁਸੀਂ ਜਾ ਕੇ ਜ਼ਰੂਰ ਆਪਣੇ ਪਰਿਵਾਰਾਂ ਨੂੰ ਤੇ ਖਾਸ ਤੌਰ ਤੇ ਬੱਚਿਆਂ ਨੂੰ ਜੋੜੋ, ਕਿਉਂਕਿ ਹਰ ਫਰਾਈਡੇ ਦੀ ਸ਼ਾਮ ਜੋ ਅਸੀਂ ਗੱਲਬਾਤ ਕਰਦੇ ਹਾਂ ਉਹ ਗੁਰਬਾਣੀ ਨਾਲ ਆਧਾਰਿਤ ਹੁੰਦੀ ਹੈ ਤੇ ਗੁਰੂ ਸਾਹਿਬ ਦੀ ਇਹ ਫਿਲਾਸਫੀ ਜੋ ਹੈ ਇਸ ਨੂੰ ਸਮਝਣ ਦਾ ਯਤਨ ਕੀਤਾ ਜਾਂਦਾ ਹੈ ਰਿਲੇਟਿੰਗ ਟੂ ਆਰ ਡੇਲੀ ਲਾਈਫ। ਸੋ ਇਸ ਵਾਸਤੇ ਜ਼ਰੂਰ ਸਾਡਾ ਸਹਿਯੋਗ ਦਿਓ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਭਾਈ ਸਾਹਿਬ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਿਰ ਮੁਲਾਕਾਤ ਹੋਏਗੀ ਜੀ, ਤਦ ਤੱਕ ਦਿਓ ਆ ਗਿਆ। ਹੈਵ ਅ ਸੇਫ ਇਵਨਿੰਗ ਐਂਡ enjoy yourself. Karen thought she won a gift card, but we had a much bigger surprise for her. We rise by lifting others. Basant Motors. ਘਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ। ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡ੍ਰੇਪਰੀ, ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਐਕਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 6048259295। ਦਰਦ ਤੋਂ ਆਰਾਮ ਐਲੋਪੈਥਿਕ ਦਵਾਈਆਂ ਖਾਣ ਨਾਲ ਆ ਤਾਂ ਜਾਂਦਾ ਹੈ, ਪਰ ਇਸ ਦੇ ਸਾਈਡ ਇਫੈਕਟਸ ਵੀ ਹੁੰਦੇ ਹਨ। ਨੈਚੁਰਲ ਤਰੀਕੇ ਦੇ ਸਪਲੀਮੈਂਟਸ ਨਾਲ ਤੁਹਾਡੀ ਦਰਦ ਨੂੰ ਜੜੋਂ ਖਤਮ ਕਰਨ ਵਿੱਚ ਮਾਰਕਸ ਫਾਰਮੇਸੀ ਦੇ ਹਿੰਦੀ ਪੰਜਾਬੀ ਬੋਲਣ ਵਾਲੇ ਸਟਾਫ ਤੁਹਾਡੀ ਮਦਦ ਕਰ ਸਕਦੇ ਹਨ। ਇਹ ਆਪਣੇ ਪ੍ਰੋਡਕਟਸ ਕੈਨੇਡਾ ਦੇ ਹਰ ਹਿੱਸੇ ਵਿੱਚ ਵੀ ਭੇਜਦੇ ਹਨ। ਅਪਾਇੰਟਮੈਂਟ ਬੁੱਕ ਕਰਨ ਲਈ ਅੱਜ ਹੀ ਕਾਲ ਕਰੋ 604 596 1774 ਜਾਂ ਫਿਰ ਵਿਜ਼ਿਟ ਕਰੋ 8035 120 ਸਟਰੀਟ ਡੈਲਟਾ। ਦਰਦ ਨੂੰ ਜੜੋਂ ਖਤਮ ਕਰੋ। ਕੁਦਰਤ ਦੇ ਸੌਮਿਆਂ ਦੀ ਵਰਤੋਂ ਆਯੁਰਵੇਦਾ ਰਾਹੀਂ 5000 ਸਾਲਾਂ ਤੋਂ ਚੱਲਦੀ ਆ ਰਹੀ ਹੈ ਤੇ ਹੁਣ ਕੈਨੇਡਾ ਵਿੱਚ ਹੀ ਬਣਾਏ ਗਏ ਹੈਲਥ ਕੈਨੇਡਾ ਵੱਲੋਂ ਅਪਰੂਵਡ 100% ਸ਼ੁੱਧ ਆਯੁਰਵੈਦਿਕ ਡਾਇਟਰੀ ਸਪਲੀਮੈਂਟਸ ਦਾ ਲਾਭ ਲੈ ਸਕਦੇ ਹੋ। ਸਟ੍ਰੈਸ, ਐਂਗਜ਼ਾਇਟੀ, ਇਨਸੋਮਨੀਆ, ਬਲੱਡ ਸ਼ੂਗਰ, ਕਿਡਨੀ, ਬਲੈਡਰ, ਹਾਜ਼ਮਾ, ਆਈਸਾਈਟ ਜਾਂ ਕਿਸੇ ਵੀ ਕਿਸਮ ਦੀ ਬਿਮਾਰੀ ਦਾ ਆਰਗੈਨਿਕ ਇਲਾਜ, ਜੋੜਾਂ ਦੀਆਂ ਦਰਦਾਂ ਤੇ ਸਰੀਰਕ ਮਸਾਜ ਲਈ ਕਈ ਕਿਸਮ ਦੇ ਆਯੁਰਵੈਦਿਕ ਤੇਲ ਵੀ ਉਪਲਬਧ ਹਨ। ਹੋਲਸੇਲ ਕੀਮਤਾਂ ਲਈ ਕਾਲ 604 628 2003।